ਖਬਰਸਰ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਮਲਜੀਤ ਸਿੱਧੂ ਤੇ ਤੁਸੀਂ ਦੇਖ ਰਹੇ ਹੋ 1 ਟੀਵੀ। ਨਕਲੀ ਦਵਾਈਆਂ ਇੰਨੀਆਂ ਕੁ ਜ਼ਿਆਦਾ ਫੈਲ ਚੁੱਕੀਆਂ ਨੇ ਕਿ ਹੁਣ ਉਲਾਮੇ ਆਉਣੇ ਵਿਦੇਸ਼ਾਂ ਤੋਂ ਵੀ ਸ਼ੁਰੂ ਹੋ ਗਏ ਨੇ, ਕਿਉਂਕਿ ਭਾਰਤ ਆਪਦੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਸਮਝਦਾ ਆ, ਇੱਕ ਹੱਬ ਸਮਝਦਾ ਆ ਦਵਾਈਆਂ ਦੇ ਮਾਮਲੇ ਵਿੱਚ। ਪਰ ਜੇ ਉਸ ਮੁਲਕ ਦੀਆਂ ਦਵਾਈਆਂ ਉੱਤੇ ਬਾਹਰਲੇ ਦੇਸ਼ਾਂ ਦੇ ਵਿੱਚ ਚਰਚਾ ਹੋਣੀ ਸ਼ੁਰੂ ਹੋ ਜਾਵੇ ਕਿ ਜਿਹੜੀ ਇਮਾਨਦਾਰੀ ਨਾਲ ਅਸੀਂ ਪੈਸਾ ਭੇਜ ਰਹੇ ਹਾਂ, ਮੰਗਾ ਰਹੇ ਹਾਂ, ਤੇ ਜਿਸ ਤਰੀਕੇ ਨਾਲ ਇਹ ਕਾਰੋਬਾਰ ਸਾਡੇ ਦੇਸ਼ ਦਾ ਚੱਲ ਰਿਹਾ ਵਿਦੇਸ਼ਾਂ ਨੂੰ ਦਵਾਈਆਂ ਦੇਣ ਦਾ, ਤੇ ਜੇ ਇਹਦੇ ਵਿੱਚ ਹੀ ਗੜਬੜੀ ਹੋਊਗੀ ਤਾਂ ਬਿਮਾਰ ਜਿਹੜੇ ਆ ਉਹ ਕਿਵੇਂ ਠੀਕ ਹੋਣਗੇ? ਉਹ ਤੰਦਰੁਸਤ ਹੋਣ ਦੀ ਬਜਾਏ ਹੋਰ ਬਿਮਾਰ ਹੋ ਜਾਣਗੇ। ਇਹ ਸਥਿਤੀ ਜਿਹੜੀ ਆ ਹੁਣ ਗੰਭੀਰ ਬਣੀ ਹੋਈ ਹੈ। ਨਕਲੀ ਦਵਾਈਆਂ ਇਸ ਸਮਾਜ ਦੇ ਵਿੱਚ ਇੱਕ ਵੱਡੀ ਬਿਮਾਰੀ ਬਣੀਆਂ ਹੋਈਆਂ ਨੇ, ਦੇਸ਼ ਅੰਦਰ ਵੱਡੀ ਬਿਮਾਰੀ ਬਣੀਆਂ ਹੋਈਆਂ ਨੇ। ਵੈਸੇ ਤਾਂ ਅਸੀਂ ਕਿਸੇ ਵੀ ਡਾਕਟਰ ਕੋਲੋਂ ਦਵਾਈ ਲੈਣ ਜਾਂਦੇ ਆ ਜਾਂ ਕਿਸੇ ਮੈਡੀਕਲ ਸਟੋਰ ਤੋਂ ਦਵਾਈ ਲੈਣ ਜਾਂਦੇ ਆ ਤੇ ਇੱਕ ਆਸ ਲੈ ਕੇ ਜਾਂਦੇ ਆ ਕਿ ਜਿਹੜੀ ਦਵਾਈ ਅਸੀਂ ਖਰੀਦ ਰਹੇ ਆ ਉਸ ਦਵਾਈ ਦੇ ਨਾਲ ਅਸੀਂ ਠੀਕ ਹੋ ਜਾਵਾਂਗੇ। ਪਰ ਅਫਸੋਸ ਉਦੋਂ ਹੁੰਦਾ ਆ ਜਦੋਂ ਕੁਝ ਚਿਰ ਬਾਅਦ ਪਤਾ ਲੱਗਦਾ ਹੈ ਕਿ ਜਿਹੜੀ ਦਵਾਈ ਹੈ ਉਹ ਤਾਂ ਨਕਲੀ ਸੀਗੀ, ਉਹਦਾ ਅਸਰ ਕੀ ਹੋਣਾ ਸੀ, ਉਹਨੇ ਤਾਂ ਸਗੋਂ ਬੰਦੇ ਨੂੰ ਹੋਰ ਬਿਮਾਰ ਕਰ ਦਿੱਤਾ ਆ। ਹੁਣ ਜਿਹੜੀਆਂ ਕੰਪਨੀਆਂ ਦੀਆਂ ਦਵਾਈਆਂ ਵਿਦੇਸ਼ਾਂ ਵਿੱਚ ਜਾ ਰਹੀਆਂ ਨੇ, ਉਹਨਾਂ ਕੰਪਨੀਆਂ ਦੇ ਬਾਰੇ ਵਿੱਚ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ, ਕਿਉਂਕਿ ਵਿਦੇਸ਼ਾਂ ਦੇ ਵਿੱਚ ਖਾਸ ਤੌਰ 'ਤੇ ਜਿਹੜੀਆਂ ਖੰਘ ਦੀਆਂ ਦਵਾਈਆਂ ਸੀਗੀਆਂ ਉਹਨਾਂ ਦੀ ਚਰਚਾ ਛਿੜੀ ਹੋਈ ਆ ਕਿ ਉਹ ਦਵਾਈਆਂ ਜਿਹੜੀਆਂ ਸੀਗੀਆਂ ਉਹ ਸਹੀ ਨਹੀਂ ਸੀਗੀਆਂ, ਔਰ ਕਈ ਜਿਹੜੇ ਸੀਗੇ ਉਹਨੂੰ ਪੀਣ ਨਾਲ ਬਿਮਾਰ ਹੋ ਗਏ ਮਰੀਜ਼। ਕਈ ਮਰੀਜ਼ ਜਿਹੜੇ ਸੀਗੇ ਉਹਨਾਂ ਦੀ ਡੈਥ ਹੋ ਗਈ, ਜਿਵੇਂ ਅਫਰੀਕਾ ਦੇ ਵਿੱਚ ਬੱਚਿਆਂ ਦੀ ਜਿਹੜੀ ਡੈਥ ਸੀ ਉਹ ਹੋਈ ਹੈ ਤੇ ਉਸ ਤੋਂ ਬਾਅਦ ਚਰਚਾ 'ਚ ਆਈ ਹੈ। ਸਾਡਾ ਹਿਮਾਚਲ ਪ੍ਰਦੇਸ਼ ਦਾ ਇਲਾਕਾ ਜਿਹੜਾ ਬੱਦੀ ਹੈ ਨਾ, ਬੱਦੀ ਜਿਹੜੀਆਂ ਫਾਰਮਾਸਿਊਟੀਕਲ ਵਰਕਸ ਕੰਪਨੀਆਂ ਜਿਹੜੀਆਂ ਦਵਾਈਆਂ ਬਣਾਉਂਦੀਆਂ ਪਈਆਂ ਦੇਸ਼ ਭਰ ਦੇ ਵਿੱਚ, ਤੇ ਉਹ ਹੁਣ ਚਰਚਾ ਦੇ ਵਿੱਚ ਆ ਚੁੱਕਿਆ ਹੈ। ਮੈਂ ਇੱਥੇ ਇੱਕ ਗੱਲ ਇੱਕ ਖਬਰ ਦੇ ਹਵਾਲੇ ਨਾਲ ਕਰਨਾ ਚਾਹੂੰਗਾ। ਪਿਛਲੇ ਦਿਨੀ ਚਰਚਾ ਹੋਈ, ਕੇਂਦਰੀ ਸਿਹਤ ਮੰਤਰੀ ਦੇਸ਼ ਵਿੱਚ ਬਣ ਰਹੀਆਂ ਨਕਲੀ ਦਵਾਈਆਂ ਨੂੰ ਲੈ ਕੇ ਬੇਹੱਦ ਸਖਤ ਨਜ਼ਰ ਆ ਰਹੇ ਨੇ। ਤਾਂ ਮਨਸੁਖ ਮਾਂਡਵੀਆ ਜਿਹੜੇ ਕਿ ਸਾਡੇ ਮੁਲਕ ਦੇ ਕੇਂਦਰੀ ਸਿਹਤ ਮੰਤਰੀ ਨੇ, ਉਹਨਾਂ ਦਾ ਕਹਿਣਾ ਹੈ ਕਿ ਭਾਰਤ ਨਕਲੀ ਦਵਾਈਆਂ ਦੇ ਮਾਮਲੇ ਵਿੱਚ ਕਦੇ ਨਾ ਬਰਦਾਸ਼ਤ ਕਰਨ ਦੀ ਨੀਤੀ ਦਾ ਪਾਲਣ ਕਰਦਾ। ਇਹ ਉਹਨਾਂ ਦੀ ਸਟੇਟਮੈਂਟ ਸੀਗੀ। ਇਸ ਦਰਮਿਆਨ ਸਿਹਤ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਵਿੱਚ ਦੇਸ਼ ਦੀਆਂ 134 ਦਵਾਈ ਕੰਪਨੀਆਂ ਦਾ ਨਿਰੀਖਣ ਕੀਤਾ ਗਿਆ ਆ। ਸਭ ਤੋਂ ਵੱਡੀ ਕਾਰਵਾਈ ਹਿਮਾਚਲ ਪ੍ਰਦੇਸ਼ ਦੇ ਵਿੱਚ ਹੀ ਹੋਈ ਹੈ ਤੇ ਹਿਮਾਚਲ ਵਿੱਚ ਹੁਣ ਤੱਕ 36 ਕੰਪਨੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਤੁਸੀਂ ਮਤਲਬ 36 ਕੰਪਨੀਆਂ ਦੀ ਗੱਲ ਲੈ ਲਓ, ਇੱਕ ਨਾ ਦੀ 36 ਕੰਪਨੀਆਂ, ਔਰ 36 ਕੰਪਨੀਆਂ ਬੇਈਮਾਨੀ ਦੇ ਰਾਹ ਤੁਰੀਆਂ ਹੋਈਆਂ ਆ ਔਰ ਘਟੀਆ ਦਵਾਈਆਂ ਬਣਾ ਰਹੀਆਂ, ਔਰ ਉਹ ਜਿਹੜੀ ਬਿਮਾਰੀ ਤੋਂ ਅਸੀਂ ਠੀਕ ਹੋਣਾ ਹੈ ਉਹ ਬਿਮਾਰੀ ਸਗੋਂ ਹੁਣ ਸਾਨੂੰ ਹੋਰ ਬਿਮਾਰ ਕਰਨ ਜਾ ਰਹੀ ਹੈ। ਤਾਂ ਇਹਨਾਂ 36 ਕੰਪਨੀਆਂ ਨੂੰ ਜਿਹੜਾ ਨੋਟਿਸ ਜਾਰੀ ਕੀਤਾ ਜਾ ਚੁੱਕਿਆ ਤੇ 11 ਕੰਪਨੀਆਂ ਤੇ ਸਟਾਂਪ ਪ੍ਰੋਡਕਸ਼ਨ ਆਰਡਰ ਲਾਗੂ ਹੈ ਤੇ 2 ਫਾਰਮਾ ਕੰਪਨੀਆਂ ਨੂੰ ਬੰਦ ਕੀਤਾ ਜਾ ਚੁੱਕਿਆ ਹੈ। ਹੁਣ ਪੂਰੇ ਮੁਲਕ ਦੀ ਅਗਰ ਗੱਲ ਕੀਤੀ ਜਾਵੇ ਨਾ, ਤੇ ਇੱਥੇ 209 ਦਵਾਈ ਨਿਰਮਾਤਾ ਕੰਪਨੀਆਂ ਦੁਆਰਾ ਸੁਰੱਖਿਆ ਮਿਆਰਾਂ ਦੀ ਉਲੰਘਣਾ ਕੀਤੇ ਜਾਣ ਸੰਬੰਧੀ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਵੇਰਵੇ ਅੱਖਾਂ ਖੋਲ੍ਹਣ ਵਾਲੇ ਨੇ। ਇੱਥੇ ਇੱਕ ਗੱਲ ਮੈਂ ਜ਼ਰੂਰ ਕਰਨੀ ਚਾਹੂੰਗਾ ਕਿ ਅਸੀਂ ਮੈਡੀਕਲ ਸਟੋਰਾਂ ਦੇ ਉੱਤੇ ਜਾਂਦੇ ਹਾਂ ਤਾਂ ਜਦੋਂ ਕਈ ਵਾਰੀ ਤੁਸੀਂ ਵੀ ਪਰਚੀ ਫੜਾਉਂਦੇ ਆ, ਉੱਥੇ ਕੀ ਦੇਖਣ ਨੂੰ ਮਿਲਦਾ ਕਿ ਉਹ ਕਹਿਣਗੇ ਜੀ ਦਵਾਈ ਤਾਂ ਆ ਜਿਹੜੀ ਉੱਤੇ ਲਿਖੀ ਆ ਇਹ ਮਿਲ ਜੂਗੀ, ਪਰ ਉਹ ਕਿਸੇ ਹੋਰ ਕੰਪਨੀ ਦੀ ਮਿਲ ਜੂ। ਪਰ ਫਿਰ ਹੁੰਦਾ ਕੀ ਹੈ ਕਿ ਜਦੋਂ ਅਸੀਂ ਕਹਿੰਦੇ ਆ ਵੀ ਦੇਖੋ, ਕਈਆਂ ਨੂੰ ਤਾਂ ਹੁਣ ਨੌਲੇਜ ਆ, ਉਹ ਪੁੱਛ ਲੈਂਦੇ ਆ ਵੀ ਜੇ ਸਾਲਟ ਸੇਮ ਹੈ ਤੇ ਕੰਪਨੀ ਚਾਹੇ ਕੋਈ ਵੀ ਹੈ ਤਾਂ ਤੁਸੀਂ ਦੇ ਦਿਓ, ਤੇ ਉਹ ਕਹਿਣਗੇ ਜੀ ਉਸ ਕੰਪਨੀ ਦਾ ਭਾਅ ਇਹ ਸੀ ਤੇ ਇਸ ਕੰਪਨੀ ਦਾ ਭਾਅ ਇਹ। ਔਰ ਕਈ ਵਾਰੀ ਤਾਂ ਉਸ ਕੰਪਨੀ ਨਾਲੋਂ ਜ਼ਿਆਦਾ ਇਹ ਮਹਿੰਗੀ ਹੁੰਦੀ ਆ, ਤੇ ਕਈ ਵਾਰੀ ਕੀ ਹੁੰਦਾ ਆ ਕਿ ਉਸ ਕੰਪਨੀ ਨਾਲ ਜਿਹੜੀ ਤੁਸੀਂ ਪਰਚੀ ਤੇ ਡਾਕਟਰ ਨੇ ਤੁਹਾਨੂੰ ਲਿਖ ਕੇ ਦਿੱਤੀ ਆ ਉਹਦੇ ਨਾਲੋਂ ਜਿਹੜਾ ਇਹਦਾ ਭਾਅ ਜਿਹੜਾ ਆ ਉਹ ਕੋਈ ਹੋਰ ਤਰ੍ਹਾਂ ਦਾ ਹੁੰਦਾ ਆ। ਤੇ ਇਸ ਕਰਕੇ ਜਾਂ ਘੱਟ ਹੁੰਦਾ ਜਾਂ ਵੱਧ ਹੁੰਦਾ। ਇਸ ਕਰਕੇ ਕੀ ਹੁੰਦਾ ਆ ਕਿ ਅਸੀਂ ਜਿਹੜੇ ਤਾਂ ਜਾਣਦੇ ਉਹ ਤਾਂ ਕਹਿੰਦੇ ਵੀ ਸੇਮ ਸਾਲਟ ਆ ਤੇ ਦੇ ਦਿਓ, ਤੇ ਕਈ ਜਿਹੜੇ ਨਹੀਂ ਜਾਣਦੇਗੇ ਉਹ ਕਹਿੰਦੇ ਫਿਰ ਵੇਖ ਲਓ ਡਾਕਟਰ ਸਾਹਿਬ, ਜਿਵੇਂ ਤੁਸੀਂ ਉੱਤੇ ਡਾਕਟਰ ਨੇ ਲਿਖ ਕੇ ਦਿੱਤਾ, ਜਿਹੜੀ ਮੈਡੀਕਲ ਵਾਲੇ ਨੂੰ ਡਾਕਟਰ ਸਾਹਿਬ ਕਹਿ ਕੇ ਸੰਬੋਧਨ ਕਰ ਦਿੰਦੇ ਆ, ਤੁਸੀਂ ਜੀ ਉਸ ਹਿਸਾਬ ਨਾਲ ਦੇ ਦਿਓ। ਹੁਣ ਹੁੰਦਾ ਕੀ ਆ ਕਿ ਅਸੀਂ ਉਹ ਲੈ ਆਉਂਦੇ ਆ ਤਾਂ ਹੁੰਦਾ ਕੀ ਆ, ਰਿਪੀਟ, ਪਰ ਜਦੋਂ ਅਸੀਂ ਲੈ ਲੈਂਦੇ ਆ ਇਸ ਤੋਂ ਬਾਅਦ ਉਹ ਜਿਹੜੀ ਦਵਾਈ ਹੈ ਅਕਸਰ ਹੀ ਇਹ ਪਤਾ ਲੱਗਦਾ ਆ ਕੁਛ ਚਿਰ ਬਾਅਦ ਕਿ ਉਹ ਨਕਲੀ ਸੀਗੀ, ਕਿਉਂਕਿ ਆਮ ਗਾਹਕ ਨੂੰ ਤਾਂ ਨਹੀਂ ਨਾ ਪਤਾ ਹੈਗਾ ਵੀ ਇਹ
ਅਸਲੀ ਆ ਕਿ ਨਕਲੀ ਆ। ਹੁਣ ਤੁਸੀਂ ਆਇਓਡੈਕਸ ਲੈਣ ਚਲੇ ਜਾਓ, ਵੈਸਲੀਨ ਚਲੇ ਜਾਓ, ਸਿੰਪਲ ਜਿਹੀਆਂ ਚੀਜ਼ਾਂ ਜਿਹੜੀਆਂ, ਤੇ ਇਸ ਤੋਂ ਇਲਾਵਾ ਤੁਸੀਂ ਕੋਈ ਮੱਲਮ ਲੈਣ ਚਲੇ ਜਾਓ, ਕੋਈ ਬਰਨੌਲ ਲੈਣ ਚਲੇ ਜਾਓ, ਜਾਂ ਫਿਰ ਤੁਸੀਂ ਕਿਸੇ ਵੀ ਦੁਕਾਨ ਤੇ ਜਾ ਕੇ ਤੁਸੀਂ ਵਿਕਸ ਲੈਣ ਚਲੇ ਜਾਓ, ਤੁਸੀਂ ਹੈਰਾਨ ਰਹਿ ਜਾਓਗੇ ਕਿ ਵਿਕਸ ਅਸਲੀ ਵੀ ਪਈ ਆ, ਨਕਲੀ ਵੀ ਪਈ ਆ, ਆਇਓਡੈਕਸ ਅਸਲੀ ਵੀ ਪਈ ਆ, ਨਕਲੀ ਵੀ ਪਈ ਆ। ਤਾਂ ਜਿਹੜੀਆਂ ਸ਼ੁਰੂ ਦੇ ਵਿੱਚ ਚੱਲੀਆਂ, ਹੁਣ ਇੱਥੇ ਇੱਕ ਹੋਰ ਗੱਲ ਕਰਦੇ ਹਾਂ, ਸਾਡੇ ਮੁਲਕ ਦੇ ਵਿੱਚ ਜਿਹੜੀਆਂ ਚੀਜ਼ਾਂ ਸ਼ੁਰੂ 'ਚ ਚੱਲੀਆਂ, ਜਿਹੜੀਆਂ ਮੈਡੀਕਲ ਸਟੋਰਾਂ ਦੇ ਉੱਤੇ ਆਉਂਦੀਆਂ ਸੀਗੀਆਂ, ਉਹ ਤਾਂ ਹੁਣ ਆਉਂਦੀਆਂ ਹੀ ਨਹੀਂ ਆ। ਮੈਂ ਇੱਥੇ ਮਿਸਾਲ ਦੇ ਤੌਰ ਤੇ ਗੱਲ ਕਰਨੀ ਚਾਹੂੰਗਾ ਕਿ ਜਿਹੜੀ ਅੱਜ ਤੋਂ 25-30 ਸਾਲ ਪਹਿਲਾਂ ਆਇਓਡੈਕਸ ਆਉਂਦੀ ਸੀ, ਉਹ ਆਇਓਡੈਕਸ ਅੱਜ ਨਹੀਂ ਮਿਲਦੀ। ਜਿਹੜੀ 20-25 ਸਾਲ ਪਹਿਲਾਂ ਸਾਨੂੰ ਬਰਨੌਲ ਮਿਲਦੀ ਸੀਗੀ, ਜਾਂ ਸਾਨੂੰ ਵਿਕਸ ਮਿਲਦੀ ਸੀਗੀ, ਜਾਂ ਫਿਰ ਸਾਨੂੰ ਚੂਸਣ ਵਾਲੀਆਂ ਗੋਲੀਆਂ ਵਿਕਸ ਦੀਆਂ ਮਿਲਦੀਆਂ ਸੀਗੀਆਂ, ਜਦੋਂ ਅਸੀਂ ਪਹਿਲਾਂ ਲੈਂਦੇ ਸੀਗੇ ਜਾਂ ਵਿਕਸ ਇਨਹੇਲਰ ਲੈਂਦੇ ਸੀ, ਅੱਜ ਉਹ ਕੁਝ ਹੋਰ ਹੀ ਤਰੀਕੇ ਦੇ ਆਉਣ ਲੱਗ ਗਏ। ਔਰ ਇੱਕ ਵੱਡੀ ਗੱਲ ਜਿਹੜੀ ਆ, ਪੀਣ ਵਾਲੇ ਜਿਹੜੇ ਮੈਡੀਕਲ ਸਟੋਰਾਂ 'ਤੇ ਸਾਨੂੰ ਮਿਲਦੇ ਸੀ ਪ੍ਰੋਡਕਟ ਹੈਲਥ ਵਾਸਤੇ, ਚਾਹੇ ਉਹ ਮਾਲਟੋਵਾ ਸੀ, ਚਾਹੇ ਬੂਸਟ ਸੀ, ਚਾਹੇ ਬੋਰਨਵੀਟਾ ਸੀ। ਹੁਣ ਜਿਨ੍ਹਾਂ ਨੇ ਅੱਜ ਤੋਂ 30 ਸਾਲ ਪਹਿਲਾਂ ਬੋਰਨਵੀਟਾ ਪੀਤਾ, ਮਾਲਟੋਵਾ ਪੀਤਾ, ਬੂਸਟ ਪੀਤਾ, ਅੱਜ ਤੁਸੀਂ ਉਹੀ ਚੀਜ਼ਾਂ ਲੈ ਕੇ ਦੁਕਾਨਾਂ ਤੋਂ ਵੇਖ ਲਓ, ਤੁਸੀਂ ਝਟਕਾ ਖਾ ਜਾਓਗੇ। ਤੁਹਾਡੀ ਜੀਭ ਨੇ ਤੁਹਾਨੂੰ ਦੱਸ ਦੇਣਾ ਕਿ ਇਹ ਤਾਂ ਉਹ ਸਵਾਦ ਹੀ ਨਹੀਂ ਰਹੇ। ਅੱਜ ਤੁਸੀਂ ਬੋਰਨਵੀਟਾ ਨਹੀਂ ਪੀ ਸਕਦੇ। ਔਰ ਕੀ ਕੁਛ ਮਿਲਾਉਣਾ ਸ਼ੁਰੂ ਕਰਤਾ। ਸ਼ੁਰੂ 'ਚ ਇਹਨਾਂ ਕੰਪਨੀਆਂ ਨੇ ਕੀ ਕੀਤਾ, ਜਦੋਂ ਇਹਨਾਂ ਦੇ ਨਾਂ ਚੱਲਣੇ ਸ਼ੁਰੂ ਹੋ ਗਏ, ਉਦੋਂ ਫਿਰ ਜੋ ਮਰਜ਼ੀ ਧੱਕਾ ਕਰੀ ਗਏ। ਹੁਣ ਇੱਥੇ ਜਿੰਨੀਆਂ ਵੱਡੀਆਂ ਮਰਜ਼ੀ ਦਵਾਈ ਕੰਪਨੀਆਂ ਦਾ ਨਾਂ ਲੈ ਲਓ, ਪਰ ਉਹਨਾਂ ਦਵਾਈ ਕੰਪਨੀਆਂ ਦੀ ਵੀ ਫਿਰ ਜਿਹੜੀ ਆ ਇਸ ਤਰੀਕੇ ਦੀ ਧੋਖੇਬਾਜ਼ੀ ਸਾਹਮਣੇ ਆਉਂਦੀ ਆ ਕਿ ਉਹ ਤਾਂ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਆ ਉਹ ਗਲਤ ਬਣਾ ਰਹੇ ਆ, ਨਕਲੀ ਬਣਾ ਰਹੇ ਆ, ਜਾਂ ਫਿਰ ਸਸਤੀਆਂ ਤੇ ਉੱਤੇ ਠੱਪਾ ਜਿਹੜਾ ਮਹਿੰਗੇ ਦਾ ਲੱਗਿਆ ਹੁੰਦਾ ਆ। ਤਾਂ ਕੇਂਦਰੀ ਸਿਹਤ ਮੰਤਰੀ ਦਾ ਨਕਲੀ ਦਵਾਈਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰ ਦੇਣ ਵਾਲਾ ਐਲਾਨ ਜਿਹੜਾ ਆ ਉਹ ਤਸੱਲੀ ਦੇਣ ਵਾਲਾ ਆ। ਪਰ ਇਹ ਜੋ ਆ ਆਲਮੀ ਤੇ ਘਰੇਲੂ ਬਾਜ਼ਾਰਾਂ ਦੋਵਾਂ ਵਿੱਚ ਇਸ ਸੰਬੰਧੀ ਪੈਦਾ ਹੋਏ ਫਿਕਰਾਂ ਨੂੰ ਦੂਰ ਕਰਨ ਲਈ ਕਾਫੀ ਨਹੀਂ ਹੈ। ਇਸ ਵੇਲੇ ਅਗਰ ਗੱਲ ਕੀਤੀ ਜਾਵੇ ਕਿ ਦੇਸ਼ ਦੀਆਂ 209 ਦਵਾਈ ਨਿਰਮਾਤਾਵਾਂ ਕੰਪਨੀਆਂ ਜਿਹੜੀਆਂ ਨੇ, ਬਣਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਨੇ, ਉਹਨਾਂ ਦੇ ਵੱਲੋਂ ਹੀ ਇਹ ਜਿਹੜੀ ਸੁਰੱਖਿਆ ਨਿਯਮਾਂ ਦੀ ਜਾਂ ਜਿਹੜੇ ਮਿਆਰ ਉਹਨਾਂ ਦੇ ਬਣੇ ਹੋਏ ਆ, ਉਹਨਾਂ ਦੀ ਉਲੰਘਣਾ ਕੀਤੀ ਗਈ ਆ। ਤੇ ਇਸ ਸੰਬੰਧੀ ਜਿਹੜੇ ਕੇਂਦਰ ਸਰਕਾਰ ਵੱਲੋਂ ਵੇਰਵੇ ਜਾਰੀ ਕੀਤੇ ਗਏ, ਉਹ ਅੱਖਾਂ ਖੋਲ੍ਹਣ ਵਾਲੇ ਆ। ਨਿਗਰਾਨੀ ਹੇਠ ਆਈਆਂ ਇਹਨਾਂ ਯੂਨਿਟਾਂ ਵਿੱਚੋਂ 71 ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਹੀ ਨੇ। ਇਹਨਾਂ ਵਿੱਚੋਂ 51 ਫਰਮਾਂ ਦੀ 2 ਗੇੜਾਂ ਵਿੱਚ ਹੋਈ ਜਾਂਚ ਦੌਰਾਨ 26 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਨੇ, ਤੇ 11 ਨੂੰ ਆਪਣੀ ਜਿਹੜੀ ਪੈਦਾਵਾਰ ਆ, ਜਿਹੜਾ ਉਤਪਾਦਨ ਆ, ਉਹਨੂੰ ਰੋਕ ਦੇਣ ਦੇ ਹੁਕਮ ਦਿੱਤੇ ਗਏ ਨੇ, ਜਦੋਂ ਕਿ 2 ਹੋਰਨਾਂ ਨੂੰ ਉਹਨਾਂ ਦੇ ਲਾਇਸੈਂਸ ਰੱਦ ਕੀਤੇ ਜਾਣ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਪਹਾੜੀ ਰਾਜ ਵਿਚਲੇ ਦਵਾਈਆਂ ਬਣਾਉਣ ਵਾਲੇ ਯਾਨੀ ਕਿ ਫਾਰਮਾਸਿਊਟੀਕਲਸ ਵਰਕਸ ਜਿਹੜੀਆਂ ਕੰਪਨੀਆਂ ਨੇ, ਇਹ ਸਨਅਤ ਲਈ ਇਹ ਅੰਤਰਝਾਤ ਮਾਰਨ ਦਾ ਵੇਲਾ ਆ ਕਿ ਜਿਹੜੀ ਸੂਬੇ ਵਿੱਚ ਬੀਤੇ 2 ਦਹਾਕਿਆਂ ਦੇ ਦੌਰਾਨ ਟੈਕਸ ਛੋਟਾਂ ਦੇ ਐਲਾਨ ਦੇ ਸਿੱਟੇ ਵਜੋਂ ਵੱਡੇ ਪੱਧਰ ਦੇ ਉੱਤੇ ਵਧੀ ਫੁੱਲੀ ਆ। ਬੱਦੀ ਹਿਮਾਚਲ ਪ੍ਰਦੇਸ਼ ਦਾ ਇੱਕ ਅਜਿਹਾ ਇਲਾਕਾ ਆ ਜਿਹੜਾ ਇਸ ਸਨਅਤ ਦਾ ਕੇਂਦਰ ਹੈ, ਜਿੱਥੇ ਸਭ ਤੋਂ ਵੱਧ ਦੇਸ਼ ਦੀਆਂ ਦਵਾਈਆਂ ਯਾਨੀ ਕਿ ਫਾਰਮਾਸਿਊਟੀਕਲ ਕੰਪਨੀਆਂ ਜਿਹੜੀਆਂ ਨੇ ਉੱਥੇ ਦਵਾਈਆਂ ਤਿਆਰ ਕਰਦੀਆਂ ਨੇ। ਤਾਂ ਬੱਦੀ ਦੀ ਇਹਨਾਂ ਦਵਾਈ ਕੰਪਨੀਆਂ ਨੂੰ ਇੱਕ ਝਟਕਾ ਲੱਗਿਆ ਆ, ਇਹਨਾਂ ਦੇ ਅਕਸ ਨੂੰ, ਤੇ ਇਸ ਟੁੱਟੇ ਹੋਏ ਭਰੋਸੇ ਨੂੰ ਵਧੀਆ ਪੈਦਾਵਾਰੀ ਪ੍ਰਕਿਰਿਆ ਰਾਹੀਂ ਬਹਾਲ ਵੀ ਕੀਤਾ ਜਾ ਸਕਦਾ ਜੇ ਕੰਪਨੀਆਂ ਇਹ ਆਪਣੀਆਂ ਆਦਤਾਂ ਸੁਧਾਰ ਲੈਣ। ਹੁਣ ਜਿਹੜੀ ਕੇਂਦਰੀ ਸਿਹਤ ਮੰਤਰੀ ਦੇ ਬਿਆਨ ਦੀ ਗੱਲ ਆਈ ਹੈ ਕਿ ਨਕਲੀ ਦਵਾਈਆਂ ਜਿਹੜੀਆਂ ਨੇ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ, ਤਾਂ ਇਹ ਕਾਰਵਾਈ ਭਾਰਤੀ ਕਫ ਸਿਰਪ ਯਾਨੀ ਕਿ ਖਾਂਸੀ ਦੀਆਂ ਜਿਹੜੀਆਂ ਪੀਣ ਵਾਲੀਆਂ ਦਵਾਈਆਂ ਆ ਤੇ ਹੋਰ ਦਵਾਈਆਂ ਵਿੱਚ ਵਾਰ-ਵਾਰ ਖਰਾਬੀਆਂ ਜ਼ਾਹਿਰ ਹੋਣ ਕਾਰਨ ਕਾਰਵਾਈ ਕੀਤੀ ਗਈ ਹੈ। ਕੌਮੀ ਪੱਧਰ ਤੇ 71 ਫਰਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਨੇ ਤੇ 18 ਨੂੰ ਬੰਦ ਕਰ ਦਿੱਤਾ ਗਿਆ ਆ। ਹੁਣ 18 ਨੂੰ ਤਾਂ ਬੰਦ ਕਰ ਦਿੱਤਾ ਗਿਆ। ਇਸ ਸਭ ਕਾਸੇ ਤੋਂ ਦਵਾਈਆਂ ਦੇ ਨੇਮਬੰਦੀ ਢਾਂਚੇ ਵਿੱਚ ਖਾਮੀਆਂ ਜੱਗ ਜ਼ਾਹਿਰ ਨੇ। ਇੱਥੇ ਥੋੜ੍ਹਾ ਮੈਂ ਖਾਂਸੀ ਦੇ ਜਿਹੜੇ ਸਿਰਪ ਨੇ ਉਹਨਾਂ ਦੀ ਮੈਂ ਗੱਲ ਕਰਨੀ ਚਾਹੂੰਗਾ ਕਿ ਆਮ ਅਸੀਂ ਘਰਾਂ ਦੇ ਵਿੱਚ ਕਫ ਸਿਰਪ ਲਿਆ ਕੇ ਰੱਖਦੇ ਹਾਂ,
ਕਫ ਸਿਰਫ ਵੈਸੇ ਤਾਂ ਕਹਿੰਦੇ ਨਹੀਂ ਕੋਈ ਵੀ ਜਿਹੜੀ ਦਵਾਈ ਤੁਸੀਂ ਲੈਣੀ ਆ ਬਿਨਾਂ ਡਾਕਟਰੀ ਸਲਾਹ ਤੇ ਬਿਨਾਂ ਡਾਕਟਰੀ ਪਰਚੀ ਤੋਂ ਲੈਣੀ ਨਹੀਂ ਚਾਹੀਦੀ, ਪਰ ਸਾਡੇ ਇਸ ਮੁਲਕ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਆ ਜਿਹੜੇ ਡਾਕਟਰ ਦੀ ਸਲਾਹ ਨਹੀਂ ਲੈਂਦੇ, ਮੈਡੀਕਲ ਸਟੋਰ ਵਾਲੇ ਦੀ ਸਲਾਹ ਲੈਂਦੇ ਆ। ਤੇ ਸਾਡੇ ਇੱਥੇ ਮੈਡੀਕਲ ਸਟੋਰਾਂ ਵਾਲੇ ਅੱਧੀਆਂ ਜਿਹੜੀਆਂ ਦਵਾਈਆਂ ਆ ਉਹ ਆਪ ਡਾਕਟਰ ਬਣ ਕੇ ਦਿੰਦੇ ਆ, ਉਹ ਆਪ ਦੱਸ ਦੇਣਗੇ ਜੀ ਆਹ ਲੈ ਲਓ ਆਹ ਲੈ ਲਓ। ਤੇ ਬਹੁਤ ਸਾਰੇ ਜਿਹੜੇ ਡਾਕਟਰ ਆ ਬਜਾਏ ਕਿ ਉਹਨਾਂ ਕੋਲੇ ਅਸੀਂ ਪਰਚੀ ਲਿਖਵਾ ਕੇ ਲਿਆਉਂਦੇ ਤਾਂ ਇਹ ਖੁਦ ਡਾਕਟਰ ਬਣੇ ਬੈਠੇ ਆ। ਇੱਥੇ ਇੱਕ ਸਵਾਲ ਇਹ ਵੀ ਖੜਾ ਹੁੰਦਾ ਆ ਕਿ ਮੈਡੀਕਲ ਵਾਲੇ ਜਿਹੜੇ ਆ ਕਿ ਉਹਨਾਂ ਦੇ ਕੋਲੇ ਇਹ ਅਥਾਰਟੀ ਹੁੰਦੀ ਹੈ ਕਿ ਉਹ ਲੋਕਾਂ ਦੇ ਇੰਜੈਕਸ਼ਨ ਲਾ ਸਕਣ, ਲੋਕਾਂ ਨੂੰ ਆਪਣੇ ਕੋਲੋਂ ਦਵਾਈਆਂ ਉਸ ਤਰੀਕੇ ਦੇ ਸਕਣ ਜਿਵੇਂ ਕਿ ਡਾਕਟਰ ਕਰਦੇ। ਇੱਕ ਡਾਕਟਰ ਨੇ ਜਿਹੜੀ ਜਾਂਚ ਕਰਕੇ ਦਵਾਈ ਦੇਣੀ ਆ, ਤਾਂ ਹੁਣ ਤਾਂ ਮੈਡੀਕਲ ਸਟੋਰਾਂ ਵਾਲੇ ਵੀ ਮੈਡੀਕਲ ਸਟੋਰ ਉੱਥੇ ਚੱਲ ਰਿਹਾ ਹੁੰਦਾ ਹੈ। ਹੁਣ ਮੈਡੀਕਲ ਸਟੋਰ ਦੀ ਇੱਕ ਪੜ੍ਹਾਈ ਅਲੱਗ ਆ, ਮੈਡੀਕਲ ਦੀ ਜਿਹੜੀ ਡਾਕਟਰੀ ਪੜ੍ਹਾਈ ਆ ਉਹ ਅਲੱਗ ਆਪਾਂ ਸਾਰੇ ਜਾਣਦੇ ਆ। ਇਸ ਦੇ ਬਾਵਜੂਦ ਉਹ ਵੀ ਸਟੈਥੋਸਕੋਪ ਰੱਖ ਕੇ ਬੈਠੇ ਆ, ਉਹ ਵੀ ਬਲੱਡ ਪ੍ਰੈਸ਼ਰ ਮਸ਼ੀਨ ਰੱਖ ਕੇ ਬੈਠੇ ਆ, ਉਹ ਵੀ ਇੰਜੈਕਸ਼ਨ ਲਗਾ ਰਹੇ ਆ, ਉਹ ਵੀ ਦਵਾਈਆਂ ਦੇ ਰਹੇ ਆ। ਔਰ ਬਹੁਤ ਥਾਵਾਂ ਦੇ ਉੱਤੇ ਤੁਸੀਂ ਇੱਕ ਇੱਕ ਸ਼ਹਿਰ ਫਰੋਲ ਲਓ, ਮੈਡੀਕਲ ਵਾਲੇ ਖੁਦ ਡਾਕਟਰ ਬਣੇ ਬੈਠੇ ਆ। ਤੇ ਫਿਰ ਦੂਜੀ ਗੱਲ ਆਉਂਦੀ ਹੈ ਕਿ ਦਵਾਈਆਂ ਦੀ, ਮੈਂ ਖੰਘ ਵਾਲੀ ਦਵਾਈਆਂ ਦਾ ਜ਼ਿਕਰ ਕਰਨਾ ਚਾਹੂੰਗਾ ਕਿ ਜਦੋਂ ਅਸੀਂ ਖੰਘ ਦੀ ਦਵਾਈ ਕਫ ਸਿਰਫ ਘਰ 'ਚ ਲਿਆਉਂਦੇ ਆ, ਔਰ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਉਹਨੂੰ ਲੈਣ ਦੇ ਤਰੀਕੇ ਨਹੀਂ ਪਤਾ, ਜਦੋਂ ਕਿਤੇ 2 ਚਮਚੇ ਉਹ ਲੈ ਲੈਣ ਤਾਂ ਉਹ ਬੇਹੋਸ਼ੀ ਵਾਲੇ ਪਾਸੇ ਲੈ ਜਾਂਦੀ ਆ, ਤੁਹਾਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ, ਬੰਦਾ ਬੌਂਦਲ ਜਿਹਾ ਜਾਂਦਾ ਆ, ਉਹ ਇੰਨੀ ਤੇਜ਼ ਹੁੰਦੀ ਆ। ਜਾਂ ਤਾਂ ਉਹ 'ਚ ਸਿਆਲਾਂ 'ਚ ਕੋਸਾ ਪਾਣੀ ਮਿਲਾ ਕੇ ਲੈਣ ਦੀ ਸਲਾਹ ਦਿੱਤੀ ਜਾਂਦੀ ਆ, ਜਾਂ ਫਿਰ ਉਹਦੇ ਨਾਲ ਖੁੱਲ੍ਹਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹਦਾ ਮਤਲਬ ਹੈ ਕਿ ਪਹਿਲਾਂ ਵੀ ਡਾਕਟਰਾਂ ਕੋਲ ਅਸੀਂ ਜਾਂਦੇ ਸੀਗੇ, ਡਾਕਟਰ ਇੱਕ ਲਾਲ ਜਿਹੇ ਰੰਗ ਦੀ ਦਵਾਈ ਜਿਹੜੀ ਸੀਗੀ ਉਹ ਖਾਂਸੀ ਤੇ ਬੁਖਾਰ ਦੇ ਵਿੱਚ ਨਾਲ ਪੀਣ ਨੂੰ ਦਿੰਦੇ ਸੀ ਵੀ ਇਹ ਖੰਘ ਤੋਂ ਆ। ਉਹ ਵੀ ਕਾਫੀ ਤਿੱਖੀ ਹੁੰਦੀ ਸੀ, ਵੱਡੇ ਹੁਣ ਹਸਪਤਾਲਾਂ ਵਿੱਚ ਦੇਖਦੇ ਤੇ ਉਹ ਕੈਨੀਆਂ ਪਈਆਂ ਉਸ ਦਵਾਈ ਦੀਆਂ, ਪਰ ਬਸ਼ਰਤੇ ਕਿ ਫਿਰ ਅਸੀਂ ਡਾਕਟਰ ਦੀ ਸਲਾਹ ਤੋਂ ਬਿਨਾਂ ਮੈਡੀਕਲ ਸਟੋਰ ਵਾਲੇ ਦੀ ਵੀ ਮੰਨ ਰਹੇ ਹਾਂ, ਜਾਂ ਫਿਰ ਅਸੀਂ ਆਪਣੀ ਮਨਮਰਜ਼ੀ ਵੀ ਕਰਦੇ ਹਾਂ ਕਿ ਮੈਡੀਕਲ ਸਟੋਰ ਵਾਲੇ ਕੋਲ ਲੈਂਦੇ ਹਾਂ। ਹੁਣ ਮੈਡੀਕਲ ਸਟੋਰਾਂ ਵਾਲਿਆਂ ਦੇ ਮਾਪਦੰਡ ਇਹ ਵੀ ਹੋਣੇ ਚਾਹੀਦੇ ਆ ਕਿ ਜੇ ਡਾਕਟਰ ਦੀ ਪਰਚੀ ਹੈ ਤਾਂ ਫਿਰ ਦਵਾਈ ਲਓ। ਜਿਹੜੀਆਂ ਕੁਝ ਆਮ ਜਿਹੀਆਂ ਚੀਜ਼ਾਂ ਠੀਕ ਆ ਉਹ ਮੈਡੀਕਲ ਸਟੋਰਾਂ ਵਾਲੇ ਦੇ ਦੇਣ, ਪਰ ਡਾਕਟਰ ਦੀ ਪਰਚੀ ਤੋਂ ਬਿਨਾਂ ਜਿਹੜੀਆਂ ਦਵਾਈਆਂ ਅਸੀਂ ਲਿਆ ਰਹੇ ਹਾਂ, ਔਰ ਫਿਰ ਜਦੋਂ ਉਹਨਾਂ ਦਵਾਈਆਂ ਦਾ ਸਾਈਡ ਇਫੈਕਟ ਪੈਂਦਾ, ਕਦੇ ਅਸੀਂ ਉਹਨਾਂ ਦੇ ਬਾਰੇ ਗੱਲ ਨਹੀਂ ਕੀਤੀ, ਕਦੇ ਅਸੀਂ ਉਹਨਾਂ ਬਾਰੇ ਸੋਚਿਆ ਹੀ ਨਹੀਂਗਾ ਕਿ ਇਹ ਕੀ ਹੋ ਰਿਹਾ ਆ। ਇਹ ਤਾਂ ਇੱਕ ਹੋਰ ਗੱਲ ਹੈ ਕਿ ਜੇ ਅਸੀਂ ਇਸ ਮੁਲਕ ਦੇ ਵਿੱਚ ਜਿਸ ਤਰੀਕੇ ਦੀਆਂ ਨਕਲੀ ਦਵਾਈਆਂ ਦੀ ਭਰਮਾਰ ਹੁੰਦੀ ਪਈ ਹੈ, ਔਰ ਜਿਵੇਂ ਮੈਂ ਤੇ ਇੱਕ ਵਾਰੀ ਫਿਰ ਜ਼ਿਕਰ ਕਰਨਾ ਚਾਹੂੰਗਾ ਕਿ ਆਮਿਰ ਖਾਨ ਦਾ ਪ੍ਰੋਗਰਾਮ ਸੱਤਿਆਮੇਵ ਜਯਤੇ ਚੱਲਿਆ ਸੀ, ਉਹਦੇ ਵਿੱਚ ਦੇਸ਼ ਭਰ ਦੀਆਂ ਜਿਹੜੀਆਂ ਮੈਡੀਕਲ ਸਟੋਰ ਸੀਗੇ ਜਾਂ ਹਸਪਤਾਲਾਂ ਦੇ ਵਿੱਚ ਜਿਹੜੇ ਸਸਤੇ ਮੈਡੀਕਲ ਸਟੋਰ ਇਹਨਾਂ ਨੇ ਸ਼ੁਰੂ ਕੀਤੇ ਆ, ਉੱਥੇ ਤੇ ਬਾਹਰ ਦੇ ਮੈਡੀਕਲ ਸਟੋਰਾਂ ਤੋਂ ਜਿਹੜੀਆਂ ਦਵਾਈਆਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀਗਾ। ਔਰ ਡਾਕਟਰ ਉਸ ਪ੍ਰੋਗਰਾਮ ਵਿੱਚ ਇਹ ਵੀ ਦੱਸ ਕੇ ਗਏ ਆ ਕਿ 2 ਰੁਪਏ ਦਾ ਜਿਹੜਾ ਇੱਕ ਪੱਤਾ ਤਿਆਰ ਹੁੰਦਾ ਆ, ਜਿਹੜਾ ਇੰਨਾ ਸਸਤਾ ਤਿਆਰ ਹੁੰਦਾ ਆ ਪੈਕਿੰਗ ਸਮੇਤ, ਜਾਂ 5 ਰੁਪਏ ਦਾ ਪੱਤਾ ਜਿਹੜਾ ਤਿਆਰ ਹੁੰਦਾ ਆ, ਸਾਡੇ ਤੱਕ ਪਹੁੰਚਦਿਆਂ ਉਹ 50 ਰੁਪਏ ਦਾ ਹੋ ਜਾਂਦਾ, 200 ਰੁਪਏ ਦਾ ਵੀ ਹੋ ਜਾਂਦਾ, ਕਿਉਂਕਿ ਉਹਦੇ ਉੱਤੇ ਜਿਹੜੀ ਮੋਹਰ ਹੈ, ਜਿਹੜੀ ਸੀਲ ਹੈ, ਜਾਂ ਫਿਰ ਜਿਹੜੀ ਉੱਤੇ ਮਾਰਕਾ ਲਾਇਆ ਹੁੰਦਾ, ਉਹਦੇ ਉੱਤੇ ਰੇਟ ਲਿਖਿਆ ਹੁੰਦਾ। ਤੇ ਉੱਥੇ ਦਾ ਕੰਪਨੀ ਨੂੰ ਉਹ 2 ਰੁਪਏ ਜਾਂ 5 ਰੁਪਏ ਪਿਆ, ਤੇ ਉਹੀ ਆ ਕੇ ਬਾਜ਼ਾਰ ਦੇ ਵਿੱਚ 200 ਰੁਪਈਆ, ਯਾਨੀ ਕਿ 10 ਤੋਂ 20 ਗੁਣਾ ਜਾਂ ਕਈ 30 ਗੁਣਾ ਜਾਂ ਕਈ 50 ਗੁਣਾ ਵੱਧ ਰੇਟ ਦੇ ਉੱਤੇ ਦਵਾਈਆਂ ਵੇਚੀਆਂ ਜਾ ਰਹੀਆਂ ਨੇ। ਕੋਈ ਇਹਨਾਂ ਦਾ ਵੀ ਜਿਹੜਾ ਆ ਕੋਈ ਦੇਖਣ ਵਾਲਿਆ ਨਹੀਂ ਆ, ਕੋਈ ਸਰਕਾਰ ਨਹੀਂ ਦੇਖ ਰਹੀ, ਔਰ ਅੰਨੀ ਲੁੱਟ ਜਿਹੜੀ ਆ ਆਮ ਜਨਤਾ ਦੀ ਹੋ ਰਹੀ ਆ। ਲੋਕ ਜਾਣ ਤਾਂ ਜਾਣ ਕਿੱਥੇ, ਲੋਕ ਤਾਂ ਦਵਾਈਆਂ 'ਚ ਹੀ ਰਗੜਾ ਖਾ ਗਏ। ਸਿਹਤ ਪਹਿਲਾ ਮੁੱਦਾ ਹੋਣਾ ਚਾਹੀਦਾ ਹੈ, ਪਰ ਸਾਡੀਆਂ ਸਰਕਾਰਾਂ ਨੇ ਇਸ ਬਾਰੇ ਬਿਲਕੁਲ ਵੀ ਨਹੀਂ ਸੋਚਿਆ ਗਾ। ਤੇ ਇੱਥੇ ਜ਼ਰੂਰੀ ਹੈ ਕਿ ਸਰਕਾਰਾਂ ਨੇ ਜੋ ਇਹ ਕੀਤਾ ਆ, ਜੋ ਚੀਜ਼ਾਂ ਸਾਹਮਣੇ ਲਿਆਂਦੀਆਂ ਪੱਟ ਕੇ ਕੇਂਦਰ ਸਰਕਾਰ ਨੇ, ਬੇਸ਼ੱਕ ਕੰਪਨੀਆਂ ਨੂੰ ਬੰਦ ਕੀਤਾ ਆ, ਪਰ ਇਸ ਸਭ ਕਾਸੇ ਤੋਂ ਦਵਾਈਆਂ ਦੇ ਨੇਮਬੰਦੀ ਢਾਂਚੇ ਵਿੱਚ ਜਿਹੜੀਆਂ ਆ ਉਹ ਖਾਮੀਆਂ ਜਗ ਜ਼ਾਹਿਰ ਹੋ ਗਈਆਂ ਨੇ। ਵਧਾਏ ਹੋਏ ਨਿਗਰਾਨੀ ਉਪਾਅ ਨਿਯਮਾਂ ਦੀ ਮੁਕੰਮਲ ਪਾਲਣ ਤੇ ਇਹਨਾਂ ਨੂੰ ਅਸਰਦਾਰ ਢੰਗ ਨਾਲ ਲਾਗੂ ਕੀਤੇ ਜਾਣ ਦਾ ਯਕੀਨ ਦਿਵਾਉਂਦੇ ਨੇ। ਇਸ ਲਈ ਨਿਗਰਾਨੀ ਕਰਨ ਵਾਲੇ ਢਾਂਚੇ ਦੀ ਕਾਇਆ ਕਲਪ ਕਰਨੀ ਵੀ ਜ਼ਰੂਰੀ ਹੈ, ਜਿਸ ਵਿੱਚ ਇਸ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਉਣਾ ਅਤੇ ਲੱਭੀਆਂ ਗਈਆਂ ਗਲਤੀਆਂ ਤੇ ਅਣਗਹਿਲੀ ਵਾਲੀਆਂ ਘਟਨਾਵਾਂ ਨੂੰ ਜਨਤਕ ਕੀਤੇ ਜਾਣਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਦਵਾਈਆਂ ਦੀ ਜਿਹੜੀ ਟੈਸਟਿੰਗ ਦੀਆਂ ਸਹੂਲਤਾਂ ਦੇ ਵਿੱਚ ਸੁਧਾਰ ਦੀ ਵੀ ਸਖਤ ਲੋੜ ਹੈ। ਹਿਮਾਚਲ ਪ੍ਰਦੇਸ਼ ਵਿੱਚ ਵਧੀਆ
ਸਾਜੋ ਸਮਾਨ ਨਾਲ ਲੈਸ ਲੈਬਾਰਟਰੀ ਦੀ ਅਣਹੋਂਦ ਵੀ ਨਕਲੀ ਦਵਾਈਆਂ ਖਿਲਾਫ ਲੜਾਈ ਦੀ ਧਾਰ ਨੂੰ ਖੁੰਡੀ ਕਰਨ ਵਾਲੀ ਹੈ। ਚਾਹੀਦਾ ਇਹ ਹੈ ਜਦੋਂ ਵੀ ਦਵਾਈ ਕਿਸੇ ਫਾਰਮਾਸਿਊਟੀਕਲ ਕੰਪਨੀ ਤੋਂ ਬਾਹਰ ਨਿਕਲਦੀ ਹੈ ਤੇ ਉਹਦੀ ਇੱਕ ਦੀ ਥੋੜੀ ਜਿਹੀ ਪਰਖ ਉਹਨਾਂ ਲੈਬਾਰਟਰੀਆਂ 'ਚ ਹੋਣੀ ਚਾਹੀਦੀ ਹੈ ਕਿ ਇਹ ਜਿਹੜੀ ਜਾਰੀ ਦਵਾਈ ਹੈ ਕਿ ਵਾਕਈ ਸਹੀ ਹੈ, ਤਾਂ ਹੱਲ ਹੋ ਸਕਦਾ ਆ। ਤਾਂ ਭਾਰਤ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨੂੰ ਜਿਵੇਂ ਦਵਾਈਆਂ ਬਰਾਮਦ ਕਰਕੇ ਆਲਮੀ ਫਾਰਮੇਸੀ ਹੋਣ ਦਾ ਦਾਅਵਾ ਕਰਦਾ ਆ। ਇਸ ਦੇ ਨਾਲ ਦੇਸ਼ ਦੇ ਉੱਤੇ ਔਰ ਸਰਕਾਰਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਹੋਰ ਵੱਧਦੀ ਆ। ਜਨਤਕ ਸਿਹਤ ਨਾਲ ਜਾਣ ਬੁੱਝ ਕੇ ਸਮਝੌਤਾ ਕਰਨਾ ਇੱਕ ਮੁਜਰਮਾਨਾ ਜਿਹੜੀ ਆ ਕਾਰਵਾਈ ਆ। ਸਾਲ 2022-23 ਦੌਰਾਨ 17.6 ਅਰਬ ਡਾਲਰ ਦੀ ਕਪ ਸਿਰਪ ਦੀ ਕੀਤੀ ਗਈ ਬਰਾਮਦ ਅਤੇ ਜੈਨਰਿਕ ਦਵਾਈਆਂ ਦਾ ਦੁਨੀਆ ਦਾ ਸਭ ਤੋਂ ਵੱਡਾ ਨਿਰਮਾਤਾ ਹੋਣ ਸਦਕਾ ਭਾਰਤ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕਰ ਸਕਦਾ। ਤਾਂ 1 ਜੂਨ ਤੋਂ ਕਪ ਸਿਰਪ ਦੀ ਜੋ ਬਰਾਮਦ ਤੋਂ ਪਹਿਲਾਂ ਉਹਨਾਂ ਦਾ ਟੈਸਟ ਲਾਜ਼ਮੀ ਕੀਤੇ ਜਾਣ ਵਰਗੀਆਂ ਸਖਤ ਕੰਟਰੋਲ ਵਾਲੀਆਂ ਕਾਰਵਾਈਆਂ ਇੱਕ ਤਰੀਕੇ ਜੇ ਮੰਨਿਆ ਜਾਵੇ ਤਾਂ ਉਹ ਵਧੀਆ ਕਦਮ ਹੈ। ਇੱਥੇ ਧਿਆਨਯੋਗ ਗੱਲ ਇਹ ਹੈ ਕਿ ਵਿਸ਼ਵ ਸਿਹਤ ਸੰਗਠਨ ਵੀ ਇਹਨਾਂ ਸਿਰਪਾਂ ਦੇ ਬਾਰੇ ਪਰਖ ਪੜਤਾਲ ਕਰ ਰਿਹਾ ਆ। ਤਾਂ ਦੱਸ ਦਈਏ ਕਿ ਭਾਰਤ ਨੇ 2022-23 ਵਿੱਚ 17.6 ਅਰਬ ਅਮਰੀਕੀ ਡਾਲਰ ਦੇ ਕਪ ਸਿਰਪ ਦਾ ਨਿਰਯਾਤ ਕੀਤਾ, ਜਦੋਂ ਕਿ 2021-22 ਵਿੱਚ ਇਹ ਨਿਰਯਾਤ 17 ਅਰਬ ਅਮਰੀਕੀ ਡਾਲਰ ਦਾ ਸੀ। ਕੁੱਲ ਮਿਲਾ ਕੇ ਭਾਰਤ ਵਿਸ਼ਵ ਪੱਧਰ ਤੇ ਜੈਨਰਿਕ ਦਵਾਈਆਂ ਦਾ ਸਭ ਤੋਂ ਵੱਡਾ ਉਤਪਾਦਕ ਹੈ, ਜੋ ਵੱਖ-ਵੱਖ ਟੀਕਿਆਂ ਦੀ ਵਿਸ਼ਵ ਮੰਗ ਦਾ 50% ਤੋਂ ਵੱਧ, ਅਮਰੀਕਾ ਵਿੱਚ ਲਗਭਗ 40% ਜੈਨਰਿਕ ਮੰਗ ਤੇ ਬ੍ਰਿਟੇਨ ਦੇ ਵਿੱਚ ਲਗਭਗ 25% ਦਵਾਈਆਂ ਦੀ ਸਪਲਾਈ ਕਰਦਾ ਹੈ। ਤੇ ਇਸ ਲਈ ਜ਼ਰੂਰੀ ਹੈ ਕਿ ਇਹੋ ਜਿਹੀਆਂ ਫੈਕਟਰੀਆਂ ਨੂੰ, ਇਹੋ ਜਿਹੀਆਂ ਫਾਰਮਾਸਿਊਟੀਕਲ ਵਾਲਿਆਂ ਨੂੰ ਔਰ ਇਹਨਾਂ ਕੰਪਨੀਆਂ ਦੇ ਜਿਹੜੇ ਇਹਨਾਂ ਦੇ ਮਾਲਕ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਤਾਂ ਕਿ ਇਹਨਾਂ ਨੂੰ ਅਕਲ ਆ ਜਾਵੇ। ਸੋ ਦੋਸਤੋ, ਇੱਥੇ ਹੀ ਕਰਦੇ ਹਾਂ ਸਮਾਪਤੀ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, 1 TV।